ਸੋ ਖਬਰਾਂ ਵਿੱਚ ਜੀ ਸਭ ਤੋਂ ਪਹਿਲਾਂ ਤਾਂ ਜੋ ਸਿਚੁਏਸ਼ਨ ਮਿਡ ਈਸਟ ਵਿੱਚ ਬਣੀ ਹੈ ਉਸ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਪਈਆਂ ਨੇ। ਇਜ਼ਰਾਈਲ ਮਿਲਟਰੀ ਨੇ ਇਸ਼ੂ ਕੀਤੇ ਨੇ ਇਵੈਕੂਏਸ਼ਨ ਆਰਡਰਸ ਕੁਝ ਹਿੱਸੇ ਜਿਹੜੇ ਬੇਰੂਤ ਨੇ, ਕਿਉਂਕਿ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਦਾ ਕਹਿਣਾ ਹੈ ਕਿ ਇਜ਼ਰਾਈਲ ਹਿਜ਼ਬੁੱਲਾ ਦੇ ਉੱਤੇ ਹਮਲਾ ਕਰੇਗਾ ਜਦੋਂ ਵੀ ਲੋੜ ਪਏਗੀ, ਭਾਵੇਂ ਅਮਰੀਕਾ ਇਰਾਨ ਦੇ ਵਿਚਕਾਰ ਸੀਜ਼ਫਾਇਰ ਬਾਰੇ ਗੱਲਬਾਤ ਹੋ ਚੁੱਕੀ ਹੈ। ਇਰਾਨ ਦੇ ਪ੍ਰੈਜ਼ੀਡੈਂਟ ਮਸੂਦ ਪੈਜ਼ਿਸ਼ਕੀਆਂ ਜੋ ਹਨ ਉਹਨਾਂ ਦਾ ਕਹਿਣਾ ਹੈ ਕਿ ਇਜ਼ਰਾਈਲ ਵੱਲੋਂ ਜੋ ਹਮਲੇ ਲੈਬਨਾਨ 'ਤੇ ਕੀਤੇ ਜਾ ਰਹੇ ਨੇ ਇਹ ਸੀਜ਼ਫਾਇਰ ਨੂੰ ਵਾਇਲੇਟ ਕਰਦੇ ਨੇ। ਬੁੱਧਵਾਰ ਨੂੰ 203 ਲੋਕਾਂ ਦੀ ਮੌਤ ਹੋਈ ਹੈ, ਸਿਹਤ ਮੰਤਰਾਲੇ ਵੱਲੋਂ ਦੱਸਿਆ ਗਿਆ ਹੈ। ਉਧਰ ਇਰਾਨ ਦੇ ਡੈਪਟੀ ਫੋਰਨ ਮਿਨਿਸਟਰ ਵੀ ਦੱਸ ਰਹੇ ਨੇ ਕਿ ਸਟੇਟ ਆਫ ਹਾਰਮੂਜ਼ ਰੀਓਪਨ ਹੋਏਗਾ ਜੇਕਰ ਅਮਰੀਕਾ ਵਿਡਰਾਅ ਕਰਦਾ ਹੈ ਆਪਣੀ ਐਗਰੈਸ਼ਨ। ਇੱਧਰ ਦੂਸਰੇ ਪਾਸੇ ਇੱਕ ਐਸਾ ਵੀ ਸਮਾਂ ਆ ਸਕਦਾ ਹੈ ਜਦੋਂ ਵਾਸ਼ਿੰਗਟਨ ਇਜ਼ਰਾਈਲ ਨੂੰ ਫਰਦਰ ਵਾਇਲੈਂਸ ਤੋਂ ਰੋਕਣ ਲਈ ਕਿਹਾ ਜਾਂਦਾ ਹੈ। ਉੱਧਰ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਦੀ ਫੋਰਸਿਸ ਇਸ ਇਲਾਕੇ ਵਿੱਚ ਰਹਿਣਗੀਆਂ ਜਦ ਤੱਕ ਇਰਾਨ ਫੁੱਲੀ ਜੋ ਹੈ ਮੰਨਦਾ ਨਹੀਂ ਹੈਗਾ ਰੇਲ ਸੀਜ਼ਫਾਇਰ ਐਗਰੀਮੈਂਟ। ਤੁਹਾਨੂੰ ਸਭ ਨੂੰ ਪਤਾ ਹੈ ਕਿ ਅਮਰੀਕਾ ਅਤੇ ਇਰਾਨ ਨੇ ਅਨਾਊਂਸ ਕੀਤੀ ਸੀ ਸੀਜ਼ਫਾਇਰ ਮੰਗਲਵਾਰ ਦੇਰ ਰਾਤ ਨੂੰ, ਬਟ ਕਨਫਲਿਕਟਿੰਗ ਰਿਪੋਰਟਸ ਆ ਰਹੀਆਂ ਨੇ ਕਿ ਐਕਚੁਅਲੀ ਕੀ ਇਰਾਨ ਨੇ ਐਗਰੀ ਕੀਤਾ ਸੀ। ਜਿੱਥੇ ਇਰਾਨ ਹੈ, ਇਰਾਨ ਇਹੀ ਕਹਿ ਰਿਹਾ ਹੈ ਕਿ ਜੀ ਇਹ ਮੰਨਿਆ ਗਿਆ ਸੀ ਕਿ ਕਿਸੇ ਥਾਂ ਦੇ ਉੱਤੇ ਹਮਲਾ ਨਹੀਂ ਹੋਏਗਾ, ਜਦ ਕਿ ਇਜ਼ਰਾਈਲ ਕਹਿ ਰਿਹਾ ਕਿ ਅਸੀਂ ਇਸ ਵਿੱਚ ਇਹ ਕਿਹਾ ਸੀ ਕਿ ਲੈਬਨਾਨ ਉੱਤੇ ਹਮਲਾ ਹੁੰਦਾ ਜਾਏਗਾ। ਉਧਰ ਪਾਕਿਸਤਾਨ ਦਾ ਕਹਿਣਾ ਹੈ ਕਿ ਲੈਬਨਾਨ ਦੇ ਪ੍ਰਧਾਨ ਮੰਤਰੀ ਨੇ ਰਿਕੁਐਸਟ ਕੀਤੀ ਹੈ ਸਪੋਰਟ ਤਾਂ ਕਿ ਇਜ਼ਰਾਈਲ ਵੱਲੋਂ ਜੋ ਹਮਲੇ ਕੀਤੇ ਜਾ ਰਹੇ ਨੇ ਉਹ ਬੰਦ ਕੀਤੇ ਜਾ ਸਕਣ, ਅਤੇ ਇਸ ਦੇ ਵਿੱਚ ਲੈਬਨਾਨ ਦੇ ਪ੍ਰਾਈਮ ਮਿਨਿਸਟਰ ਨਵਾਫ ਸਲਾਮ ਜੋ ਹਨ ਉਹਨਾਂ ਨੇ ਆਪਣੇ ਪਾਕਿਸਤਾਨੀ ਕਾਊਂਟਰਪਾਰਟ ਸ਼ਹਿਬਾਜ਼ ਸ਼ਰੀਫ ਨੂੰ ਕਿਹਾ ਹੈ ਕਿ ਉਹਨਾਂ ਦਾ ਦੇਸ਼ ਚਾਹੁੰਦਾ ਹੈ ਕਿ ਇਜ਼ਰਾਈਲੀ ਸਟ੍ਰਾਈਕ ਜਿਹੜਾ ਲੈਬਨਾਨ ਦੇ ਖਿਲਾਫ ਹੈ ਉਹ ਬੰਦ ਕੀਤਾ ਜਾਏ, ਅਤੇ ਇਹ ਫੋਨ ਕਾਲ ਹੋਈ ਦੋਨਾਂ ਹੀ ਪ੍ਰਧਾਨ ਮੰਤਰੀਆਂ ਦੇ ਵਿਚਕਾਰ। ਪਾਕਿਸਤਾਨ ਮੀਡੀਏਟਰ ਵਜੋਂ ਐਕਟ ਕਰ ਰਿਹਾ ਹੈ ਅਮਰੀਕਾ ਅਤੇ ਇਰਾਨ ਦੀ ਜੋ ਸੀਜ਼ਫਾਇਰ ਐਗਰੀਮੈਂਟ ਹੋਈ, ਅਤੇ ਕੱਲ੍ਹ ਅਮਰੀਕਾ ਅਤੇ ਇਰਾਨ ਦੇ ਪ੍ਰਤੀਨਿਧ ਜੋ ਹਨ ਇਸਲਾਮਾਬਾਦ ਵਿੱਚ ਮਿਲਣਗੇ। ਰੀਡ ਆਊਟ ਦੇ ਵਿੱਚ ਰਿਪੋਰਟ ਇਹ ਆਈ ਹੈ ਕਿ ਸ਼ਰੀਫ ਨੇ ਸਲਾਮ ਨੂੰ ਕਿਹਾ ਕਿ ਉਹ ਇਜ਼ਰਾਈਲ ਵੱਲੋਂ ਜੋ ਔਨਗੋਇੰਗ ਇੰਗਰੈਸ਼ਨ ਹੈ ਉਸ ਦਾ ਸਟਰੋਂਗਲੀ ਕੰਡੈਮ ਕਰਦੇ ਨੇ, ਅਤੇ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੀ ਸਪੋਰਟ ਜੋ ਹੈ ਉਹ ਲੈਬਨਾਨ ਦੇ ਲੋਕਾਂ ਦੇ ਨਾਲ ਹੈਗੀ ਹੈ। ਉੱਧਰ ਹੈੱਡ ਜਿਹੜੇ ਨੇ ਇਰਾਨ ਦੇ ਨਿਊਕਲੀਅਰ ਏਜੰਸੀ ਦੇ, ਉਹਨਾਂ ਨੇ ਵੀ ਰੂਲ ਆਊਟ ਕੀਤੀ ਹੈ ਕੋਈ ਰਿਸਟ੍ਰਿਕਸ਼ਨਸ ਯੂਰੇਨੀਅਮ ਇਨਰਿਚਮੈਂਟ ਦੇ ਉੱਤੇ, ਜੋ ਕਿ ਇੱਕ ਮੁੱਖ ਡਿਮਾਂਡ ਹੈਗੀ ਅਮਰੀਕਾ ਵੱਲੋਂ, ਅਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਹ ਕੰਸਰਨਸ ਜੋ ਲਿਆਏ ਜਾ ਰਹੇ ਨੇ ਸਾਹਮਣੇ ਕਰੰਟ ਸੀਜ਼ਫਾਇਰ ਦੇ ਬਾਰੇ, ਉਸ ਨਾਲ ਪੀਸ ਡੀਲ ਸ਼ਾਇਦ ਨਾ ਹੋ ਸਕੇ। ਅਜੇ ਇਹ ਸਾਫ਼ ਨਹੀਂ ਹੈ ਕਿ ਕੌਣ ਇਹ ਵੱਡੇ ਫੈਸਲੇ ਇਰਾਨ ਵਿੱਚ ਲੈ ਰਿਹਾ, ਕਿਉਂਕਿ ਵੱਡੀ ਲੀਡਰਸ਼ਿਪ ਜੋ ਹੈ ਉੱਥੇ ਤਾਂ ਤੁਹਾਨੂੰ ਪਤਾ ਹੈ ਕਿ ਪਹਿਲੇ ਹੀ ਦਿਨ ਖਤਮ ਕਰ ਦਿੱਤੀ ਗਈ ਸੀ, ਲੇਕਿਨ ਬਹੁਤ ਸਾਰੇ ਟੌਪ ਅਧਿਕਾਰੀ ਜੋ ਹਨ ਉਹ ਕਮੈਂਟਸ ਦੇ ਰਹੇ ਨੇ, ਜਿਹੜੀ ਕਿ ਜੋ ਫਾਊਂਡੇਸ਼ਨ ਹੈ ਜੋ ਟਾਕਸ ਦੀ ਅਮਰੀਕਾ ਅਤੇ ਇਰਾਨ ਦੇ ਵਿਚਕਾਰ ਜੋ ਇਸਲਾਮਾਬਾਦ ਵਿੱਚ ਹੋਣੀ ਉਸ ਦੇ ਉੱਤੇ ਸਵਾਲੀਆ ਚਿੰਨ੍ਹ ਖੜਾ ਕਰ ਰਹੀ ਹੈਗੀ ਹੈ। ਇਸ ਪੂਰੀ ਜੰਗ ਦੇ ਦੌਰਾਨ ਅਮਰੀਕਾ ਅਤੇ ਇਜ਼ਰਾਈਲ ਨੇ ਇਨਸਿਸਟ ਕੀਤਾ ਹੈ ਕਿ ਉਹਨਾਂ ਦਾ ਕੀ ਏਮ ਜੋ ਹੈ ਉਹ ਇਹ ਹੈ ਕਿ ਇਰਾਨ ਦੀ ਐਬਿਲਿਟੀ ਇੱਕ ਨਿਊਕਲੀਅਰ ਵੈਪਨ ਨੂੰ ਬਣਾਉਣ ਦੀ ਸ਼ਮਤਾ ਜੋ ਹੈ ਉਸ ਨੂੰ ਖਤਮ ਕੀਤਾ ਜਾਏ। ਅਮਰੀਕਾ ਦੇ ਡਿਫੈਂਸ ਸੈਕਟਰੀ ਪੀਟ ਹੈਗਸੈਥ ਜੋ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਇਰਾਨ ਨੂੰ ਜਾਂ ਤਾਂ ਹੈਂਡਓਵਰ ਕਰ ਦੇਣਾ ਚਾਹੀਦਾ ਆਪਣਾ ਐਨਰਿਚਡ ਯੂਰੇਨੀਅਮ, ਜਾਂ ਫਿਰ ਅਮਰੀਕਾ ਜੋ ਹੈ ਆਪਣੇ ਆਪ ਲੈ ਲਏਗਾ। ਸੋ ਰਿਮਾਰਕਸ ਜਿਹੜੇ ਆਏ ਨੇ ਹੈੱਡ ਆਫ ਇਰਾਨ ਦੇ ਨਿਊਕਲੀਅਰ ਏਜੰਸੀ ਵੱਲੋਂ ਉਹ ਬਿਲਕੁਲ ਕੌਂਟਰਡਿਕਟ ਕਰਦੇ ਨੇ ਇਹ, ਅਤੇ ਇਹ ਦੱਸਦਾ ਹੈ ਕਿ ਕਿੰਨਾ ਕੁ ਮੁਸ਼ਕਿਲ ਹੋਏਗਾ ਨੈਗੋਸੀਏਸ਼ਨਸ ਵਿੱਚ ਦੋਨਾਂ ਸਾਈਡਾਂ ਦਾ ਕੋਈ ਸਮਝੌਤੇ 'ਤੇ ਆਉਣਾ। ਉੱਧਰ ਲੈਬਨਾਨ ਦੇ ਉੱਤੇ ਜੋ ਕੱਲ੍ਹ ਹਮਲਾ ਹੋਇਆ ਹੈ ਉਸ ਉੱਤੇ ਗੱਲਬਾਤ ਦੁਬਾਰਾ ਤੋਂ ਚੱਲ ਰਹੀ ਹੈਗੀ ਹੈ ਕਿ ਕਿਉਂ ਇਜ਼ਰਾਈਲ ਨੇ ਇਹ ਸਭ ਕੁਝ ਕੀਤਾ ਹੈ। ਇਜ਼ਰਾਈਲ ਦੇ ਵਿੱਚ ਮੁੱਖ ਤੌਰ ਦੇ ਉੱਤੇ ਉਹਨਾਂ ਦਾ ਲੋਕਾਂ ਦਾ ਅਤੇ ਸਰਕਾਰ ਦਾ ਇਹੀ ਕਹਿਣਾ ਹੈ ਕਿ ਉਹਨਾਂ ਨੇ ਪਹਿਲਾਂ ਵੀ ਇਹੀ ਕਿਹਾ ਸੀ ਕਿ ਲੈਬਨਾਨ ਦੇ ਵਿੱਚ ਹਿਜ਼ਬੁੱਲਾ ਨੂੰ ਉਹ ਟਾਰਗੇਟ ਬਣਾਉਂਦੇ ਰਹਿਣਗੇ। ਸੋ ਇਰਾਨ ਦੇ ਰਾਸ਼ਟਰਪਤੀ ਮਸੂਦ ਪੈਜ਼ਿਸ਼ਕੀਆਂ ਜੋ ਹਨ ਉਹ ਕਹਿੰਦੇ ਨੇ ਕਿ ਇਹ ਡੈਡਲੀ ਇਜ਼ਰਾਈਲੀ ਅਟੈਕਸ ਲੈਬਨਾਨ ਦੇ ਉੱਤੇ ਇਹ ਸੀਜ਼ਫਾਇਰ ਐਗਰੀਮੈਂਟ ਨੂੰ ਵਾਇਲੇਟ ਕਰਦੇ ਨੇ, ਅਤੇ ਉਹ ਵਾਰਨ ਕਰਦੇ ਨੇ ਕਿ ਉਹਨਾਂ ਦੇ ਹੱਥ ਟ੍ਰਿਗਰ 'ਤੇ ਹੀ ਹਨ। ਅਤੇ ਉਹਨਾਂ ਦੇ ਕਮੈਂਟਸ ਤਦ ਆ ਰਹੇ ਨੇ ਜਦੋਂ ਇਜ਼ਰਾਈਲ ਦੇ ਮਿਲਟਰੀ ਇਸ਼ੂ ਨੇ ਕੀਤੇ ਹੈ ਫਰੈਸ਼ ਇਵੈਕੂਏਸ਼ਨ ਆਰਡਰਸ ਸਦਰਨ ਬੇਰੂਤ ਦੇ ਵਿੱਚ। ਲੈਬਨਾਨ ਦੇ ਸਿਹਤ ਮੰਤਰਾਲੇ ਵੱਲੋਂ ਦੱਸਿਆ ਗਿਆ ਹੈ ਕਿ 203 ਲੋਕਾਂ ਦੀ ਮੌਤ ਹੋ ਗਈ ਹੈ ਅਤੇ 1000 ਤੋਂ ਵੱਧ ਲੋਕ ਜ਼ਖਮੀ ਹੋਏ ਕੱਲ੍ਹ ਦੇ ਜੋ ਹਮਲੇ ਹੋਏ ਇਜ਼ਰਾਈਲ ਵੱਲੋਂ। ਉੱਧਰ
ईरान ਦੇ ਵੱਲੋਂ ਜੋ ਇਸ ਦੀ ਨਿਖੇਧੀ ਕੀਤੀ ਜਾਂਦੀ ਹੈ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਟਾਨਯੂ ਕਹਿ ਰਹੇ ਨੇ ਕਿ ਉਹ ਜੋ ਹਿਜ਼ਬੁੱਲਾ ਜੋ ਈਰਾਨ ਨੂੰ ਬੈਕ ਕਰਦੀ ਹੈ, ਉਹ ਉਹਨਾਂ ਦੇ ਉੱਤੇ ਹਮਲੇ ਜਾਰੀ ਰੱਖਣਗੇ ਜਦੋਂ ਵੀ ਲੋੜ ਪਏਗੀ। ਉੱਧਰ ਕਈ ਯੂਰਪੀਅਨ ਦੇਸ਼ ਜਿਨ੍ਹਾਂ ਦੇ ਵਿੱਚ UK ਵੀ ਸ਼ਾਮਿਲ ਹੈ, ਉਹਨਾਂ ਨੇ ਇਜ਼ਰਾਈਲ ਜਿਹੜੇ ਅਟੈਕ ਕਰ ਰਿਹਾ ਹੈ ਲੈਬਨਾਨ ਦੇ ਉੱਤੇ, ਉਹਨਾਂ ਦੀ ਰੋਕਣ ਦੀ ਮੰਗ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਕਿ ਇਹ ਕਵਰ ਹੋਣੇ ਚਾਹੀਦੇ ਨੇ ਜੋ ਸੀਜ਼ ਫਾਇਰ ਈਰਾਨ ਨਾਲ ਹੋਈ ਹੈ। ਉੱਧਰ ਪਾਕਿਸਤਾਨ ਦੇ ਹਾਈ ਕਮਿਸ਼ਨਰ ਕਹਿ ਰਹੇ ਨੇ ਕਿ ਉਹ ਬੜੇ ਆਸਵੰਦ ਨੇ ਕਿ ਦੋਨੋਂ ਅਮਰੀਕਾ ਅਤੇ ਈਰਾਨ ਜੋ ਹਨ, ਜੋ ਇਸਲਾਮਾਬਾਦ ਵਿੱਚ ਇਸ ਫਰਾਈਡੇ ਵਾਲੇ ਦਿਨ ਪਹੁੰਚ ਰਹੇ ਨੇ, ਉਹ 2 ਵੀਕ ਦੀ ਜਿਹੜੀ ਸੀਜ਼ ਫਾਇਰ ਹੈਗੀ ਉਸਨੂੰ ਪਰਮਾਨੈਂਟ ਸਿਚੁਏਸ਼ਨ ਵਿੱਚ ਉਸਨੂੰ ਬਦਲਣ ਵਿੱਚ ਕਾਮਯਾਬ ਹੋਣਗੇ। ਦੂਸਰੇ ਪਾਸੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਜੋ ਹਨ UK ਦੇ, ਉਹ ਵਿਜ਼ਿਟ ਕਰ ਰਹੇ ਨੇ ਮਿਡਲ ਈਸਟ, ਜਿੱਥੇ ਉਹ ਕਹਿ ਰਹੇ ਨੇ UK ਗਲਫ ਅਲਾਈਜ਼ ਨੂੰ ਕਿ ਈਰਾਨ ਸ਼ੁੱਡ ਨਾਟ ਹੋਲਡ ਦ ਸਟ੍ਰੇਟ ਆਫ ਹਾਰਮੂਜ਼ ਟੂ ਰੈਂਸਮ, ਕਿ ਈਰਾਨ ਨੂੰ ਜੋ ਸਟ੍ਰੇਟ ਆਫ ਹਾਰਮੂਜ਼ ਹੈ ਉਸ ਉੱਤੇ ਇਸ ਨੂੰ ਇੱਕ ਬੋਨ ਆਫ ਕੰਟੈਂਸ਼ਨ ਨਹੀਂ ਬਣਾਉਣਾ ਚਾਹੀਦਾ। ਉੱਧਰ ਇਲੈਕਸ਼ਨਜ਼ BC ਨੇ ਖੁਲਾਸਾ ਕੀਤਾ ਹੈ ਕਿ 2024 ਵਿੱਚ BC ਕੰਜ਼ਰਵੇਟਿਵ ਆਗੂ ਜੌਨ ਰਸਟਡ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰਨ ਵਾਲੀ ਵੈੱਬਸਾਈਟ ਕਿਸੇ ਨਾਰਾਜ਼ ਮੈਂਬਰਾਂ ਜਾਂ ਦਾ ਕੰਮ ਨਹੀਂ ਸੀ, ਸਗੋਂ ਇਸ ਨੂੰ ਵਿਰੋਧੀ BC ਯੂਨਾਈਟਿਡ ਪਾਰਟੀ ਦੇ ਇਸ਼ਾਰੇ 'ਤੇ ਤਿਆਰ ਕੀਤਾ ਗਿਆ ਸੀ। ਚੋਣ ਰੈਗੂਲੇਟਰ ਨੇ 2024 ਦੀਆਂ ਸੂਬਾਈ ਚੋਣਾਂ ਤੋਂ ਪਹਿਲਾਂ ਚਲਾਈ ਗਈ ਇਸ ਗੁੰਮਰਾਹਕੁਨ ਇਸ਼ਤਿਹਾਰਬਾਜ਼ੀ ਲਈ BC ਯੂਨਾਈਟਿਡ ਨੂੰ $4500 ਦਾ ਜੁਰਮਾਨਾ ਲਗਾਇਆ ਹੈ। ਇਹ ਕਾਰਵਾਈ ਜੋ ਹੈ firejohnrusted.ca ਨਾਮਕ ਵੈੱਬਸਾਈਟ ਰਾਹੀਂ ਫਰਜ਼ੀ ਪ੍ਰਚਾਰ ਕਰਨ ਦੇ ਦੋਸ਼ ਵਿੱਚ ਕੀਤੀ ਗਈ ਹੈ। ਉੱਧਰ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਵੈੱਬਸਾਈਟ ਅਗਸਤ 2024 ਵਿੱਚ ਬਣਾਈ ਗਈ ਸੀ ਅਤੇ ਉਸ ਸਮੇਂ ਇਹ ਦਾਅਵਾ ਕੀਤਾ ਗਿਆ ਸੀ ਕਿ ਇਹ ਉਹਨਾਂ ਕੰਜ਼ਰਵੇਟਿਵ ਮੈਂਬਰਸ ਦਾ ਕੰਮ ਹੈ ਜੋ ਜੌਨ ਰਸਟਡ ਦੀ ਲੀਡਰਸ਼ਿਪ ਦਾ ਵਿਰੋਧ ਕਰਦੇ ਹਨ। ਪਰ ਇਲੈਕਸ਼ਨਜ਼ BC ਦੀ ਰਿਪੋਰਟ ਅਨੁਸਾਰ ਇਹ ਮੁਹਿੰਮ BC ਯੂਨਾਈਟਿਡ ਦੇ ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ਾਂ ਹੇਠ ਚਲਾਈ ਜਾ ਰਹੀ ਸੀ ਅਤੇ ਇਸ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਕੈਲਗਰੀ ਸਥਿਤ ਇੱਕ ਪੋਲੀਟੀਕਲ ਮਾਰਕੀਟਿੰਗ ਕੰਪਨੀ ਸੋਵਰਨ ਨਾਰਥ ਸਟ੍ਰੈਟਜੀਜ਼ ਇਨਕੋਰਪੋਰੇਟਡ ਦੀ ਮਦਦ ਲਈ ਗਈ ਸੀ। ਅਤੇ ਚੋਣ ਦੌਰਾਨ ਕੁਝ ਖਾਸ ਵੋਟਰਾਂ ਨੂੰ ਚਿੱਠੀਆਂ ਵੀ ਭੇਜੀਆਂ ਗਈਆਂ ਸੀ ਅਤੇ ਰੈਗੂਲੇਟਰ ਨੇ ਦੱਸਿਆ ਕਿ ਵੋਟਰਾਂ ਨੂੰ ਭੇਜੀਆਂ ਗਈਆਂ ਚਿੱਠੀਆਂ ਵਿੱਚ ਟਰੀਸਾ ਵਾਟ ਬਾਰੇ ਵੀ ਗਲਤ ਜਾਣਕਾਰੀ ਦਿੱਤੀ ਗਈ ਸੀ। ਵਾਟ ਜੋ ਕਿ BC ਯੂਨਾਈਟਿਡ ਛੱਡ ਕੇ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ ਅਤੇ ਉਹਨਾਂ 'ਤੇ ਗਲਤ ਤਰੀਕੇ ਨਾਲ ਵਿਦੇਸ਼ੀ ਦਖਲ ਅੰਦਾਜ਼ੀ ਅਤੇ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਿਲ ਹੋਣ ਦੇ ਦੋਸ਼ ਲਗਾਏ ਗਏ ਸਨ। ਲਿਬਰਲ ਪਾਰਟੀ ਦੇ ਮੈਂਬਰ ਅੱਜ ਮੌਂਟਰੀਅਲ ਵਿੱਚ ਪਾਰਟੀ ਦੀ ਪਾਲਿਸੀ ਕਨਵੈਨਸ਼ਨ ਲਈ ਇਕੱਠੇ ਹੋ ਰਹੇ ਹਨ ਅਤੇ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਪਹਿਲੀ ਵਾਰ ਪਾਰਟੀ ਦੀ ਕਾਰਵਾਈ 'ਤੇ ਜਸਟਿਨ ਟਰੂਡੋ ਅਤੇ ਉਹਨਾਂ ਦੀ ਰਾਜਨੀਤੀ ਦਾ ਪਰਛਾਵਾਂ ਦੇਖਣ ਨੂੰ ਨਹੀਂ ਮਿਲੇਗਾ। ਪਾਰਟੀ ਦੇ ਸਮਰਥਕ ਅਜਿਹੇ ਸਮੇਂ ਇਕੱਠੇ ਹੋ ਰਹੇ ਹਨ ਜਦੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਸਰਕਾਰ ਬਹੁਮਤ ਦੇ ਆਂਕੜੇ ਦੇ ਬਿਲਕੁਲ ਕਰੀਬ ਪਹੁੰਚ ਚੁੱਕੀ ਹੈ। ਉੱਧਰ ਸੰਸਦ ਵਿੱਚ ਦੂਜੀਆਂ ਪਾਰਟੀਆਂ ਦੇ ਮੈਂਬਰਾਂ ਦੇ ਲਗਾਤਾਰ ਲਿਬਰਲ ਪਾਰਟੀ ਵਿੱਚ ਸ਼ਾਮਲ ਹੋਣ ਕਾਰਨ ਪਾਰਟੀ ਦੀ ਸਥਿਤੀ ਬੇਹੱਦ ਮਜ਼ਬੂਤ ਹੋ ਗਈ ਹੈ। ਇਹ ਸੰਮੇਲਨ ਅੱਜ ਤੋਂ ਸ਼ੁਰੂ ਹੋ ਕੇ ਸ਼ਨੀਵਾਰ ਤੱਕ ਚੱਲੇਗਾ ਅਤੇ ਇਹ ਪ੍ਰੋਗਰਾਮ ਸੋਮਵਾਰ ਨੂੰ ਹੋਣ ਵਾਲੀਆਂ 3 ਅਹਿਮ ਜ਼ਿਮਨੀ ਚੋਣਾਂ ਤੋਂ ਠੀਕ ਪਹਿਲਾਂ ਹੋ ਰਿਹਾ ਹੈ। ਸੰਮੇਲਨ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਵੀ ਵਿਰੋਧੀ ਧਿਰ ਦੇ 5ਵੇਂ ਸੰਸਦ ਮੈਂਬਰ ਨੇ ਲਿਬਰਲ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ ਅਤੇ ਪਿਛਲੇ ਸਾਲ ਆਟਵਾ ਵਿੱਚ ਹੋਈ ਲੀਡਰਸ਼ਿਪ ਸੰਮੇਲਨ ਵਿੱਚ ਮਾਰਕ ਕਾਰਨੀ ਨੇ ਪਾਰਟੀਆਂ ਦੀ ਕਮਾਂਡ ਸੰਭਾਲ ਲਈ ਸੀ। ਉਸ ਤੋਂ ਬਾਅਦ ਲਿਬਰਲਜ਼ ਨੇ 2025 ਦੀਆਂ ਚੋਣਾਂ ਜਿੱਤੀਆਂ ਅਤੇ ਪੀਅਰ ਪੋਲੀਅਵ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਦੇ 4 ਮੈਂਬਰਾਂ ਨੇ ਕਾਰਨੀ ਦੇ ਆਰਥਿਕ ਏਜੰਡਾ ਤੋਂ ਪ੍ਰਭਾਵਿਤ ਹੋ ਕੇ ਲਿਬਰਲ ਪਾਰਟੀ ਦਾ ਪੱਲਾ ਫੜਿਆ ਹੈ। ਵੈਨਕੂਵਰ ਦੇ ਮੇਅਰ ਕੈਨ ਸਿਮ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਪਾਰਟੀ ਅਗਲੇ ਸਾਲ ਵੀ ਪ੍ਰਾਪਰਟੀ ਟੈਕਸ ਵਿੱਚ 0% ਵਾਧੇ ਦੀ ਯੋਜਨਾ ਬਣਾ ਰਹੀ ਹੈ। ਆਪਣੇ ਸਟੇਟ ਆਫ ਦ ਸਿਟੀ ਭਾਸ਼ਣ ਦੌਰਾਨ ਮੇਅਰ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਦਾ ਵੇਰਵਾ ਦਿੱਤਾ ਅਤੇ ਭਵਿੱਖ ਦੀਆਂ ਯੋਜਨਾਵਾਂ ਸਾਂਝੀਆਂ ਕੀਤੀਆਂ। ਮੇਅਰ ਨੇ ਕਿਹਾ ਕਿ ਪਿਛਲੇ ਸਾਲ ਨਵੰਬਰ ਵਿੱਚ ਪਾਸ ਕੀਤਾ ਗਿਆ ਜ਼ੀਰੋ ਬਜਟ ਸ਼ਹਿਰ ਦੀ ਵਿੱਤੀ ਹਾਲਾਤ ਸੁਧਾਰਨ ਦੀ ਕੋਸ਼ਿਸ਼ ਹੈ। ਹਾਲਾਂਕਿ ਵਿਰੋਧੀਆਂ ਨੇ ਇਸ ਬਜਟ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਟੈਕਸ ਰੋਕਣ ਨਾਲ ਜਨਤਕ ਸੇਵਾਵਾਂ ਅਤੇ ਨੌਕਰੀਆਂ ਵਿੱਚ ਕਟੌਤੀ ਹੋ ਸਕਦੀ ਹੈ। ਕੈਨ ਸਿਮ ਨੇ ਪੁਰਾਣੀਆਂ ਪ੍ਰਸ਼ਾਸਨਿਕ ਨੀਤੀਆਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹਨਾਂ ਨੂੰ ਇੱਕ ਅਜਿਹਾ ਸਿਸਟਮ ਵਿਰਾਸਤ ਵਿੱਚ ਮਿਲਿਆ ਸੀ ਜਿਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਉਹਨਾਂ ਨੇ ਮੰਨਿਆ ਕਿ ਸਿਸਟਮ ਨੂੰ ਬਦਲਣ ਵਿੱਚ ਉਮੀਦ ਨਾਲੋਂ ਵੱਧ ਸਮਾਂ ਲੱਗ ਰਿਹਾ ਹੈ। ਉਹਨਾਂ ਕਿਹਾ ਕਿ ਸਥਾਨਕ ਸਰਕਾਰ ਅਨੁਸ਼ਾਸਿਤ, ਜਵਾਬਦੇਹ ਅਤੇ ਪ੍ਰਭਾਵਸ਼ਾਲੀ ਹੋ ਸਕਦੀ ਹੈ
ਅਤੇ ਅਸੀਂ ਇਹ ਸਾਬਤ ਕਰ ਰਹੇ ਹਾਂ। ਟਰਾਂਸਨੈਟ ਨੇ ਐਲਾਨ ਕੀਤਾ ਹੈ ਕਿ R2 ਮਰੀਨ ਡਰਾਈਵ ਰੈਪਿਡ ਬੱਸ ਦੇ ਵਿਸਥਾਰ ਦਾ ਕੰਮ ਤੈਅ ਸਮੇਂ ਤੋਂ ਪਹਿਲਾਂ ਪੂਰਾ ਕਰ ਲਿਆ ਜਾਏਗਾ। ਇਸ ਸਾਲ ਸਤੰਬਰ ਤੋਂ ਮੁਸਾਫਰ ਵੈਸਟ ਵੈਂਕੂਵਰ ਦੇ ਪਾਰਕ ਰਾਇਲ ਤੋਂ ਸਿੱਧਾ ਬਰਨਬੀ ਦੇ ਮੈਟਰੋ ਟਾਊਨ ਤੱਕ ਬੱਸ ਰਾਹੀਂ ਜਾ ਸਕਣਗੇ। ਪਹਿਲਾਂ ਇਸ ਪ੍ਰੋਜੈਕਟ ਨੂੰ 2027 ਦੇ ਸ਼ੁਰੂ ਵਿੱਚ ਖੋਲ੍ਹਣ ਦੀ ਯੋਜਨਾ ਸੀ ਅਤੇ ਇਸ ਨਵੇਂ ਰੂਟ ਨਾਲ ਫਿਬਸ ਐਕਸਚੇਂਜ ਅਤੇ ਮੈਟਰੋ ਟਾਊਨ ਵਿਚਕਾਰ ਸਫ਼ਰ ਦੇ ਸਮੇਂ ਵਿੱਚ 20 ਤੋਂ 30% ਤੱਕ ਦੀ ਕਮੀ ਆਵੇਗੀ। ਇਹ ਬੱਸ ਜੋ ਹੈ ਹੇਸਟਿੰਗ ਸਟਰੀਟ ਅਤੇ ਵੈਲਿੰਗਟਨ ਐਵਨਿਊ ਰਾਹੀਂ ਚੱਲੇਗੀ, ਜਿਸ ਨਾਲ ਬਰਨਬੀ ਹਾਈਟਸ, ਬ੍ਰੈਂਟਵੁੱਡ ਅਤੇ BCIT ਵਰਗੇ ਇਲਾਕੇ ਸਿੱਧੇ ਜੁੜ ਜਾਣਗੇ ਅਤੇ ਇਹ ਸਰਵਿਸ ਜੋ ਹੈ ਇਸ ਹਫ਼ਤੇ ਦੇ 7 ਦਿਨ ਅਤੇ ਸਾਰਾ ਦਿਨ ਉਪਲਬਧ ਰਹੇਗੀ। ਉੱਧਰ ਇੱਕ ਅਮਰੀਕਨ ਜਿਸ ਨੂੰ ਕਿ ਹਿਰਾਸਤ ਵਿੱਚ ਲਿਆ ਗਿਆ ਬਹਾਮਾਸ ਵਿੱਚ, ਜਦੋਂ ਉਸਦੀ ਪਤਨੀ ਗੁਆਚ ਗਈ, ਜਦੋਂ ਕਪਲ ਟਰੈਵਲ ਕਰ ਰਿਹਾ ਸੀ ਇੱਕ ਮੋਟਰ ਬੋਟ ਵਿੱਚ। ਹੁਣ ਉਸਦੇ ਅਟਾਰਨੀ ਦਾ ਕਹਿਣਾ ਹੈ ਕਿ ਉਸਦੇ ਮੁਵੱਕਲ ਨੇ ਕੋਈ ਗਲਤ ਕੁਝ ਨਹੀਂ ਕੀਤਾ। ਬ੍ਰਾਇਨ ਹੁਕਰ ਨਾਮ ਦਾ ਇਹ ਵਿਅਕਤੀ ਜੋ ਹੈ ਇਸਨੇ ਕਿਹਾ ਹੈ ਕਿ ਮੈਂ ਬਿਲਕੁਲ ਇਸ ਗਲਤ ਚੀਜ਼ ਵਿੱਚ ਸ਼ਾਮਿਲ ਨਹੀਂ ਹੈਗਾ ਅਤੇ ਮੈਂ ਤਾਂ ਕੋਆਪਰੇਟ ਕਰ ਰਿਹਾ ਅਥਾਰਟੀਜ਼ ਦੇ ਨਾਲ। ਉਹਨਾਂ ਦੇ ਵਕੀਲ ਟੈਰਲ ਬਟਲਰ ਨੇ ਇੱਕ ਸਟੇਟਮੈਂਟ ਵਿੱਚ ਕਿਹਾ। ਬਟਲਰ ਦਾ ਕਹਿਣਾ ਹੈ ਕਿ ਹੁਕਰ ਫਰਦਰ ਕਮੈਂਟਸ ਨਹੀਂ ਦੇਣਗੇ ਜਦ ਇਨਵੈਸਟੀਗੇਸ਼ਨ ਚੱਲ ਰਹੀਆਂ ਨੇ। ਅਥਾਰਟੀਜ਼ ਦਾ ਕਹਿਣਾ ਹੈ ਕਿ ਇਹ ਵਿਅਕਤੀ ਅਰੈਸਟ ਕੀਤਾ ਗਿਆ ਸੀ ਅਬਾਕੋ ਵਿੱਚ ਬੁੱਧਵਾਰ ਵਾਲੇ ਦਿਨ ਅਤੇ ਇਸ ਦੀ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਹੈ ਅਤੇ ਪੁਲਿਸ ਅਤੇ ਬਟਲਰ ਨੇ ਫਰਦਰ ਡਿਟੇਲਸ ਇਸ ਬਾਰੇ ਕੋਈ ਨਹੀਂ ਦੱਸੀਆਂ ਹਨ। ਅਮਰੀਕਾ ਦੇ ਕੋਸਟ ਗਾਰਡ ਦੇ ਸਪੋਕਸਪਰਸਨ ਨੇ ਦੱਸਿਆ ਕਿ ਉਹਨਾਂ ਨੇ ਇੱਕ ਕ੍ਰਿਮੀਨਲ ਇਨਵੈਸਟੀਗੇਸ਼ਨ ਇਸ ਕੇਸ ਵਿੱਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲਿਨਟ ਹੁਕਰ 55 ਸਾਲ ਦਾ ਹੈ, ਟਰੈਵਲ ਕਰ ਰਿਹਾ ਸੀ ਇੱਕ 8 ਫੁੱਟ ਮੋਟਰ ਬੋਟ ਵਿੱਚ ਹੋਪ ਟਾਊਨ ਤੋਂ ਲੈ ਕੇ ਐਲਬੋ ਬੇ ਤੱਕ ਅਤੇ ਉਸਦਾ ਪਤੀ ਬ੍ਰਾਇਨ ਹੁਕਰ ਵੀ ਨਾਲ ਸੀ ਅਤੇ ਉਹਨਾਂ ਨੇ ਕਿਹਾ ਕਿ ਉਹ ਜਿਹੜੀ ਕਿਸ਼ਤੀ ਦੀ ਚਾਬੀਆਂ ਸਨ ਉਸ ਨਾਲ ਡਿੱਗ ਪਈ ਪਾਣੀ ਦੇ ਵਿੱਚ, ਜਿਸ ਕਾਰਨ ਇੰਜਨ ਵੀ ਟਰਨ ਆਫ ਹੋ ਗਿਆ ਅਤੇ ਬਾਅਦ ਦੇ ਵਿੱਚ ਬ੍ਰਾਇਨ ਹੁਕਰ ਪੈਡਲ ਕਰਕੇ ਸ਼ੋਰ ਤੱਕ ਪਹੁੰਚ ਗਈ ਅਤੇ ਅਲਰਟ ਕੀਤਾ ਕਿਸੇ ਨੂੰ ਕਿ ਉਸਦੀ ਡਿਸਅਪੀਅਰੈਂਸ ਹੋਈ ਹੈ ਅਤੇ ਉਸ ਤੋਂ ਬਾਅਦ ਇਹ ਗੁਆਚ ਗਈ ਅਤੇ ਹੁਣ ਇਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉੱਧਰ MP ਡੇ ਐਂਟਰੋਮੋ ਜਿਹੜੇ ਕਿ ਪਹਿਲੇ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਸੀ ਜਿਨ੍ਹਾਂ ਨੇ ਫਲੋਰ ਕ੍ਰਾਸ ਕੀਤੀ ਸੀ, ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਨਾਖੁਸ਼ MPs ਹਨ ਕੰਜ਼ਰਵੇਟਿਵ ਪਾਰਟੀ ਦੇ ਵਿੱਚ। ਉਹਨਾਂ ਨੇ ਆਪਣੀ ਮੀਟਿੰਗ ਵਿੱਚ ਕਿਹਾ ਕਿ ਇਹ ਮੈਂਬਰ ਪਾਰਲੀਮੈਂਟਸ ਇਹਨਾਂ ਨੂੰ ਪੁੱਛਦੇ ਨੇ ਕਿ ਇਹ ਜਦੋਂ ਉਹਨਾਂ ਨੇ ਜੁਆਇਨ ਕਰਕੇ ਕਾਕਸ ਜੁਆਇਨ ਕੀਤੀ ਹੈ ਲਿਬਰਲਸ ਦੀ, ਕਿਹੋ ਜਿਹਾ ਸਟਰਕਚਰ ਹੈ, ਕੀ ਗੱਲਾਂ ਬਾਤਾਂ ਉੱਥੇ ਉਹ ਕਰਦੇ ਨੇ ਅਤੇ ਕਿਸ ਕਿਸਮ ਦੀ ਇਨਪੁਟ ਹੁੰਦੀ ਹੈ ਮੈਂਬਰ ਪਾਰਲੀਮੈਂਟਸ ਦੀ ਜਦੋਂ ਕੋਈ ਫੈਸਲੇ ਲਏ ਜਾਂਦੇ ਨੇ। ਅਤੇ ਉਹਨਾਂ ਨੇ ਕਿਹਾ ਕਿ ਮੈਂ ਕੁਆਇਟ ਓਨੈਸਟਲੀ ਦੱਸਣਾ ਚਾਹੁੰਦਾ ਕਿ ਇਹ ਮੈਂਬਰ ਪਾਰਲੀਮੈਂਟਸ ਬੜੇ ਸਰਪ੍ਰਾਈਜ਼ ਹੁੰਦੇ ਨੇ ਕਿ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਜੋ ਹਨ ਕਾਕਸ ਦੀ ਸੁਣਦੇ ਨੇ, ਕਾਕਸ ਨਾਲ ਰਲ ਕੇ ਕੰਮ ਕਰਦੇ ਨੇ ਅਤੇ ਮੇਕ ਸ਼ੋਰ ਕਰਦੇ ਨੇ ਕਿ ਹਰ ਇੱਕ ਦੇਸ਼ ਦਾ ਹਿੱਸਾ ਜੋ ਹੈ ਉਸ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਜਾਵੇ। ਅਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਲੰਬੇ ਸਮੇਂ ਤੋਂ 5 ਵਾਰ ਕੰਜ਼ਰਵੇਟਿਵ MP ਮੈਰਿਲਿਨ ਗਲੈਡੋ ਪਾਰਟੀ ਛੱਡ ਕੇ ਹੁਣ ਲਿਬਰਲ ਪਾਰਟੀ ਵਿੱਚ ਆ ਗਏ ਨੇ, ਹੋਰ ਬਹੁਤ ਸਾਰੇ ਐਸੇ MPs ਨੇ ਜਿਹੜੇ ਕਿ ਨਾਖੁਸ਼ ਨੇ ਜੋ ਪੀਅਰ ਪੋਲਿਵ ਦੀ ਸਟਾਈਲ ਆਫ ਵਰਕਿੰਗ ਹੈਗੀ।